ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਤੁਸੀਂ ਵੇਖ ਰਹੇ ਹੋ ਖਬਰ ਪੜਤਾਲ ਤੇ ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਅਹਿਮ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ। ਅੱਜ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਹੋਈ ਹੈ, ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਹਿਮ ਗੱਲਾਂ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਹੈ ਉਹਨਾਂ ਦਾ ਕਿ ਸੈਸ਼ਨ ਬੁਲਾਇਆ ਜਾਵੇ ਪਾਰਲੀਮੈਂਟ ਦਾ, ਜਿਸ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਦੇ ਉੱਤੇ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਹੈ। ਤੇ ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਜਿਹੜੀ ਅੱਜ ਮੀਟਿੰਗ ਹੋਣੀ ਹੈ, ਉਸ ਮੀਟਿੰਗ ਤੋਂ ਬਾਅਦ ਇੱਕ ਸੂਬੇ ਦੀ ਸਰਕਾਰ ਦੇ ਉੱਤੇ ਵੀ ਖਤਰਾ ਮੰਡਰਾਉਣ ਲੱਗਿਆ। ਇਸ ਦੇ ਉੱਤੇ ਵੀ ਅੱਜ ਚਰਚਾ ਕਰਾਂਗੇ ਕਿ ਆਖਿਰਕਾਰ ਉਹ ਸੂਬਾ ਕਿਹੜਾ ਹੈ ਤੇ ਉਸ ਸੂਬੇ ਦੇ ਉੱਤੇ ਖਤਰਾ ਕਿਹੜਾ ਪੈਦਾ ਹੋ ਰਿਹਾ। ਪਹਿਲਾਂ ਡੱਲਾ ਜੀ ਹੁਣਾਂ ਦਾ ਸਵਾਗਤ ਕਰਾਂਗੇ ਤੇ ਫਿਰ ਚਰਚਾ ਦੇ ਵੱਲ ਵੀ ਵਧਾਂਗੇ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਜਿਹੜੀ ਕੱਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਹਦੇ 'ਚ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਲਦ ਤੋਂ ਜਲਦ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ ਤੇ ਨਾ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੇਖੋ, ਕਿਸਾਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕੱਲ, ਕਿਸਾਨਾਂ ਨੇ ਦੋ ਤਿੰਨ ਗੱਲਾਂ ਉਹਦੇ 'ਚ ਬਹੁਤ ਚੰਗੀਆਂ ਕੀਤੀਆਂ। ਇੱਕ ਤਾਂ ਕਿਸਾਨਾਂ ਨੇ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਮੁੱਖ ਬਿੰਦੂ ਤੈਅ ਕੀਤੇ ਨੇ, ਉਹ ਬਣਾਏ ਨੇ, ਕਿਉਂਕਿ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇੱਕ ਇੱਕ ਕਲੌਜ਼ ਤੇ ਇੱਕ ਇੱਕ ਬਿੰਦੂ ਦੇ ਉੱਤੇ, ਇੱਕ ਇੱਕ ਪੁਆਇੰਟ ਦੇ ਉੱਤੇ ਕਿਸਾਨਾਂ ਦੇ ਨਾਲ ਅਸੀਂ ਡਿਸਕਸ਼ਨ ਕਰਾਂਗੇ। ਸੋ ਕਿਸਾਨਾਂ ਨੇ ਉਹ ਸਾਰੇ ਅਹਿਮ ਪੁਆਇੰਟ ਨੇ ਜਿਹੜੇ ਉਹ ਕੱਢ ਲਏ ਨੇ, ਉਹ ਲਿਖ ਲਏ ਨੇ। ਤੇ ਕੱਲ ਕਿਸਾਨ ਜਿਹੜੀ ਮੀਟਿੰਗ ਹੋਣੀ ਹੈ ਕਿਸਾਨ ਭਵਨ 'ਚ, ਵਿਗਿਆਨ ਭਵਨ 'ਚ, ਉਹਦੇ ਉੱਪਰ ਇੱਕ ਇੱਕ ਪੁਆਇੰਟ ਤੇ ਇੱਕ ਇੱਕ ਬਿੰਦੂ ਤੇ ਕਿਸਾਨ ਅੱਜ ਗੱਲ ਕਰਨਗੇ। ਮੈਂ ਕੱਲ ਕਹਿ ਗਿਆ, ਮਾਫੀ ਚਾਹੂੰਗਾ। ਅੱਜ ਉਹਦੇ ਤੇ ਗੱਲ ਕਰਨਗੇ ਕਿਸਾਨ। ਔਰ ਕਿਸਾਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਾਏ ਜਾਣ ਤੋਂ ਬਿਨਾਂ ਕਿਸੇ ਗੱਲ ਤੋਂ ਸਹਿਮਤ ਨਹੀਂ ਹਾਂ। ਭਾਵ ਕਿਸਾਨ ਦੋ ਤਰਕ ਦੇ ਰਹੇ ਨੇ। ਕਿਸਾਨ ਕਹਿੰਦੇ ਵਿਸ਼ੇਸ਼ ਪਾਰਲੀਮੈਂਟ ਦਾ ਸੈਸ਼ਨ ਬੁਲਾ ਲੇ ਇੱਕ ਦਿਨ ਦਾ ਸਰਕਾਰ, ਤੇ ਉੱਥੇ ਇਹ ਖੇਤੀ ਕਾਨੂੰਨ ਰੱਦ ਕਰ ਦੇ ਔਰ ਨਵੇਂ ਖੇਤੀ ਕਾਨੂੰਨਾਂ ਦੇ ਖਰੜੇ ਦਾ ਐਲਾਨ ਕਰ ਦੇ। ਬਹੁਤ ਚੰਗੀ ਗੱਲ ਹੈ ਕਿ ਇਹਨਾਂ ਕਾਨੂੰਨਾਂ ਦੀ ਥਾਂ ਤੇ ਅਗਰ ਨਵੇਂ ਕਾਨੂੰਨ ਹੀ ਬਣ ਜਾਣ। ਸੋ ਮੈਨੂੰ ਵੀ ਇਹ ਲੱਗਦਾ ਕਿ ਸਰਕਾਰ ਅਗਰ ਵੱਡਾ ਜਿਗਰਾ ਦਿਖਾ ਦੇ ਔਰ ਕਹਿ ਦੇਵੇ ਕਿ ਅਸੀਂ ਪੁਰਾਣੇ ਖੇਤੀ ਕਾਨੂੰਨ ਆ ਜਿਹੜੇ ਵਿਸ਼ੇਸ਼ ਸੈਸ਼ਨ ਬੁਲਾ ਕੇ ਰੱਦ ਕਰਦੇ ਹਾਂ, ਤੇ ਇਸੇ ਦਰਮਿਆਨ ਮੀਟਿੰਗਾਂ ਹੋਣ, ਨਵੇਂ ਖਰੜ ਦੇ ਉੱਤੇ ਕੋਈ ਸਰਬ ਸਹਿਮਤੀ ਬਣ ਜੇ, ਤੇ ਇਹ ਬੜੀ ਚੰਗੀ ਗੱਲ ਹੈ। ਕਿਉਂਕਿ ਦੇਸ਼ ਦੇ ਕਿਸਾਨਾਂ ਦੀ ਗੱਲ ਹੈ, 70% ਸਾਡੇ ਮੁਲਕ ਦੀ ਆਬਾਦੀ ਖੇਤੀ ਤੇ ਹੈ ਔਰ ਸਰਕਾਰ ਸਾਡੇ ਲੋਕਾਂ ਨੇ ਚੁਣੀ ਹੈ। ਨਰਿੰਦਰ ਮੋਦੀ ਕਿਸੇ ਹੋਰ ਲੋਕਾਂ ਨੇ ਨਹੀਂ ਚੁਣੇ, ਸਾਡੇ ਲੋਕਾਂ ਨੇ ਚੁਣੀ ਹੈ, ਕਿਸਾਨਾਂ ਨੇ ਚੁਣੀ ਹੈ। ਦੇਸ਼ ਭਰ ਦੇ ਆਮ ਲੋਕਾਂ ਦੇ ਵਿੱਚ ਕਿਸਾਨ ਵੀ ਨੇ। ਸੋ ਇਸ ਕਰਕੇ ਅਗਰ ਸਰਕਾਰ ਵੱਡਾ ਦਿਲ ਦਿਖਾ ਦੇ ਤਾਂ ਇਸ ਰੇੜਕੇ ਦਾ ਹੱਲ ਨਿਕਲ ਆਊਗਾ। ਤੋਮਰ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਵੀ ਲਗਾਤਾਰ ਹੋ ਰਹੀ ਹੈ, ਪੱਤਰਕਾਰ ਲਗਾਤਾਰ ਉਹਨਾਂ ਤੋਂ ਸਵਾਲ ਪੁੱਛਦੇ ਨੇ। ਕੱਲ ਵੀ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਤੋਂ ਸਵਾਲ ਪੁੱਛੇ ਤੋਮਰ ਹੋਰਾਂ ਤੋਂ, ਉਹ ਕਹਿੰਦੇ ਕਿ ਇੱਕ ਇੱਕ ਬਿੰਦੂ ਤੇ ਕਿਸਾਨਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਹੀ ਇਹਦੇ ਉੱਤੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਕਿ ਕੀ ਸੰਸ਼ੋਧਨ ਨਿਕਲ ਸਕਦੇ ਨੇ। ਸੋ ਉਹ ਵੀ ਕਿਤੇ ਵੀ ਸਰਕਾਰ ਦਾ ਕੋਈ ਮੰਤਰੀ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਕਾਨੂੰਨ ਰੱਦ ਕਰਨ ਬਾਰੇ ਸੋਚ ਰਹੇ ਹਾਂ ਜਾਂ ਕਾਨੂੰਨ ਰੱਦ ਕਰ ਦੇਵਾਂਗੇ। ਭਾਵ ਕਿ ਰੇੜਕਾ ਹਜੇ ਮੁੱਕਿਆ ਨਹੀਂ ਔਰ ਕਿਸਾਨਾਂ ਨੇ ਸਪਸ਼ਟ ਕਹਿਤਾ ਕਿ ਸਰਕਾਰ ਨੂੰ ਸਾਰੇ ਤੇ ਤੱਥ ਨੇ ਜਿਹੜੇ ਲਿਖ ਕੇ ਅਸੀਂ ਭੇਜਾਂਗੇ ਔਰ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਉਹਨਾਂ ਨੇ ਇਹ ਵੀ ਕਹਿਤਾ ਕਿ 3 ਦਸੰਬਰ ਨੂੰ ਵੱਖ-ਵੱਖ ਕਾਰਪੋਰੇਟ ਜਗਤ ਦੇ ਖਿਲਾਫ ਪ੍ਰੋਟੈਸਟ ਕੀਤਾ ਜਾਊਗਾ। 5 ਦਸੰਬਰ ਨੂੰ ਵੀ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਜਾਣਗੇ ਸਰਕਾਰ ਦੇ ਖਿਲਾਫ। ਔਰ ਮੰਨੇ ਪ੍ਰਮੰਨੇ ਖਿਡਾਰੀ ਨੇ ਜਿਹੜੇ, ਉਹ ਵੀ ਆਪਣੇ ਮੈਡਲ ਵਾਪਸ ਕਰਨਗੇ ਕਿਸਾਨਾਂ ਦੇ ਹੱਕ ਦੇ ਵਿੱਚ। ਔਰ ਇਹ 5 ਤਰੀਕ ਤੋਂ ਬਾਅਦ ਦਾ ਪ੍ਰੋਗਰਾਮ ਇਹਨਾਂ ਖਿਡਾਰੀਆਂ ਦਾ ਵੀ ਆਏਗਾ। ਸੋ ਇਸ ਤਰ੍ਹਾਂ ਕਈ ਪ੍ਰੋਗਰਾਮ ਨੇ ਜਿਹੜੇ ਕਿਸਾਨਾਂ ਦੇ ਹੱਕ 'ਚ ਆ ਰਹੇ ਨੇ। ਔਰ ਹੁਣ ਮੈਨੂੰ ਇਹ ਲੱਗਦਾ ਕਿ ਜਿਹੜੀ ਅੱਜ ਦੀ ਮੀਟਿੰਗ ਹੈ, ਅੱਜ ਦੀ ਮੀਟਿੰਗ ਘੱਟੋ ਘੱਟ ਇੱਕ ਰਾਹ ਸਾਨੂੰ ਦਿਖਾਏਗੀ। ਗਗਨ, ਮੈਨੂੰ ਇਹ ਲੱਗਦਾ ਕਿ ਅਗਰ ਤਾਂ ਸਰਕਾਰ ਲਚਕ ਵਾਲੀ ਨੀਤੀ ਦੇ ਨਾਲ ਆਉਂਦੀ ਹੈ ਔਰ ਸਰਕਾਰ ਕਿਸਾਨਾਂ ਦੀ ਗੱਲ ਨੂੰ ਠੰਡੇ ਦਿਮਾਗ ਦੇ ਨਾਲ ਸੁਣਦੀ ਹੈ, ਕੋਈ ਈਗੋ ਛੱਡ ਕੇ, ਜ਼ਿੱਦ ਛੱਡ ਕੇ, ਕਿਉਂਕਿ ਆਮ ਤੌਰ 'ਤੇ ਸਰਕਾਰਾਂ ਸਖਤ ਹੋ ਜਾਂਦੀਆਂ ਨੇ, ਲਚਕ ਹੋਣੀ ਚਾਹੀਦੀ ਹੈ ਸਰਕਾਰ ਦੀ ਗਰਦਨ 'ਚ। ਔਰ ਸਭ ਤੋਂ ਵੱਡੀ ਗੱਲ ਕਿ ਅੱਜ ਦੀ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਆਉਣਗੇ। ਅਗਰ ਅਮਿਤ ਸ਼ਾਹ ਔਰ ਰਾਜਨਾਥ ਸਿੰਘ ਅੱਜ ਦੀ ਮੀਟਿੰਗ 'ਚ ਆਉਂਦੇ ਨੇ, ਫਿਰ ਤਾਂ ਇਹ ਮੰਨੂਗਾ ਕਿ ਸਰਕਾਰ ਬਹੁਤ ਗੰਭੀਰ ਹੈ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਨ ਦੇ ਲਈ। ਅਗਰ ਅੱਜ ਵੀ ਅਮਿਤ ਸ਼ਾਹ ਔਰ ਰਾਜਨਾਥ ਸਿੰਘ ਨਹੀਂ ਆਉਂਦੇ ਤਾਂ ਫਿਰ ਮੈਂ ਇਹ ਸਮਝੂੰਗਾ ਕਿ ਸਰਕਾਰ ਹਜੇ ਜੂਨੀਅਰ ਮੰਤਰੀਆਂ ਦੇ ਜ਼ਰੀਏ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਕਿਸਾਨਾਂ ਦਾ ਮਾਹੌਲ ਦੇਖਣਾ ਚਾਹੁੰਦੀ ਹੈ, ਦਿੱਲੀ ਦੇ ਹਾਲਾਤਾਂ ਦਾ ਮਾਹੌਲ ਦੇਖਣਾ ਚਾਹੁੰਦੀ ਹੈ। ਇਹਦਾ ਮਤਲਬ ਹੈ ਕਿ ਸਰਕਾਰ ਹਜੇ ਕਾਨੂੰਨ ਰੱਦ ਕਰਨ ਬਾਰੇ ਨਹੀਂ ਸੋਚ ਰਹੀ ਅਗਰ ਅਮਿਤ ਸ਼ਾਹ ਔਰ ਰਾਜਨਾਥ ਸਿੰਘ ਇਸ ਮੀਟਿੰਗ 'ਚ ਨਹੀਂ ਆਉਂਦੇ। ਇਹ ਅੱਜ ਤੈਅ ਹੋ ਜਾਣਾ। ਡੱਲਾ ਜੀ, ਉਧਰ ਜੇ ਦੂਜੇ ਪਾਸੇ ਵੇਖੀਏ ਤਾਂ ਅੱਜ ਦੀ ਮੀਟਿੰਗ ਦੇ ਦੌਰਾਨ ਅੱਜ 8 ਦਿਨ ਹੋ ਜਾਣੇ ਆ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਦਿਆਂ ਨੂੰ, ਤੇ ਦਿੱਲੀ ਦੀ ਘੇਰਾਬੰਦੀ ਵੀ ਲਗਾਤਾਰ ਹੋਰ ਹੁੰਦੀ ਜਾ ਰਹੀ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਲੋਕਾਂ ਜੇ ਕਹਿ ਦਈਏ ਉਹ ਘੇਰਾਬੰਦੀ ਦੇ ਵਿੱਚ ਆ ਜਾਣਗੇ।
ਤਾਂ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਸਰਕਾਰ ਨੂੰ ਇਸ ਦੇ ਉੱਤੇ ਕਿੰਨਾ ਕੁ ਜਲਦੀ ਜਿਹੜਾ ਐਕਸ਼ਨ ਕਰਨਾ ਚਾਹੀਦਾ? ਨਹੀਂ, ਕਿਉਂਕਿ ਦੇਖੋ ਘੇਰੇਬੰਦੀ 'ਚ ਤਾਂ ਪੰਜਾਬ ਵੀ ਆ ਗਿਆ ਸੀ ਜੀ ਜਦੋਂ ਕਿਸਾਨ ਕਹਿ ਰਹੇ ਸੀ ਬਾਰ-ਬਾਰ ਕਿ ਤੁਸੀਂ ਰੇਲ ਗੱਡੀਆਂ ਚਲਾ ਦਿਓ, ਮਾਲ ਗੱਡੀਆਂ ਚਲਾ ਦਿਓ, ਹੈ ਜੀ। ਜੀ ਪੰਜਾਬ ਅੰਬਾਲੇ ਤੋਂ ਪਾਰ ਪੰਜਾਬ ਦੇ ਕਿਸਾਨਾਂ ਨੂੰ ਜਾਣ ਨਹੀਂ ਸੀ ਦਿੱਤਾ ਗਿਆ। ਅਸੀਂ ਵੀ ਤਾਂ ਉਸੇ ਮੁਲਕ ਦੇ ਹੀ ਆ ਨਾ ਜਿਸ ਮੁਲਕ ਦੇ ਨਿਵਾਸੀ ਦਿੱਲੀ ਦੇ ਲੋਕ ਹੈ। ਜੀ ਅੱਜ ਹਰਿਆਣੇ ਦੇ ਖੱਟੜ ਸਾਹਿਬ ਦੇ ਇੱਕ ਮੰਤਰੀ ਕਹਿੰਦੇ ਜੀ ਕਿ ਉਹਨਾਂ ਦਾ ਬਿਆਨ ਹੈ ਜਿਹੜਾ ਉਹ ਵੀ ਬੜਾ ਪੁੱਠਾ ਜਿਹਾ ਹੈ। ਕਹਿੰਦੇ ਮੈਂ ਕਿਸਾਨ ਭਰਾਵਾਂ ਨੂੰ ਕਹਾਂਗਾ ਵੀ ਉਹ ਅੰਦੋਲਨ ਨਾ ਕਰਨ। ਉਹ ਕਹਿੰਦੇ ਦਿੱਲੀ ਦੇ ਰਸਤੇ ਜਾਮ ਕਰਨੇ ਚੰਗੀ ਗੱਲ ਨਹੀਂ ਹੈ। ਉਹ ਕਹਿੰਦੇ ਇਹ ਲਾਹੌਰ ਜਾਂ ਕਰਾਚੀ ਨਹੀਂ ਹੈ, ਦੇਸ਼ ਦੀ ਰਾਜਧਾਨੀ ਹੈ। ਜੀ ਫਿਰ ਦੱਸੋ ਪੰਜਾਬ ਦੇ ਕਿਸਾਨ ਵੀ ਤਾਂ ਲਾਹੌਰ ਕਰਾਚੀ ਥੋੜੀ ਚੱਲੇ ਸੀ, ਪੰਜਾਬ ਦੇ ਕਿਸਾਨ ਵੀ ਤਾਂ ਦਿੱਲੀ ਚੱਲੇ ਸੀ ਨਾ। ਅੰਬਾਲੇ ਵਾਲਿਆਂ ਨੇ ਰਸਤੇ ਕਿਉਂ ਰੋਕਤੇ? ਫਿਰ ਇਹ ਜਿਹੜੇ ਮੰਤਰੀ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦਿੰਦੇ ਆ ਨਾ ਜੀ, ਮੈਨੂੰ ਲੱਗਦਾ ਕਿ ਇਹ ਮੰਤਰੀਆਂ ਤੋਂ ਪਹਿਲਾਂ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਦਿੱਲੀ ਨੂੰ ਹਰਿਆਣੇ 'ਚ ਬਹਿ ਕੇ ਵੱਖਰੇ ਨਜ਼ਰੀਏ ਨਾਲ ਦੇਖਦੇ ਹੋ ਤੇ ਪੰਜਾਬ ਵਾਲਿਆਂ ਲਈ ਤੁਸੀਂ ਚਾਹੁੰਦੇ ਹੋ ਕਿ ਦਿੱਲੀ ਨੂੰ ਵੱਖਰੇ ਨਜ਼ਰੀਏ ਨਾਲ ਦੇਖੀ। ਸੋ ਜੇ ਪੰਜਾਬ ਹੁਣ ਦਿੱਲੀ ਇਹ ਹਰਿਆਣੇ ਵਾਲਾ ਮੰਤਰੀ ਕਹਿੰਦਾ ਵੀ ਲਾਹੌਰ ਜਾਂ ਕਰਾਚੀ ਨਹੀਂ ਦਿੱਲੀ ਜਾਣਾ, ਰਾਜਧਾਨੀ ਹੈ, ਤੇ ਉਹ ਪੰਜਾਬ ਦੀ ਵੀ ਰਾਜਧਾਨੀ ਹੈ ਨਾ ਦਿੱਲੀ, ਕੱਲੀ ਹਰਿਆਣੇ ਦੀ ਥੋੜੀ ਹੈ। ਨਾਲੇ ਹਰਿਆਣਾ ਵੀ ਤਾਂ ਸਾਡੇ ਚੋਂ ਨਿਕਲਿਆ ਕਿਸੇ ਸਮੇਂ, ਹੈ ਤਾਂ ਹਰਿਆਣਾ ਸਾਡੀ ਜ਼ਮੀਨ ਦਾ ਹਿੱਸਾ ਹੀ ਨਾ। ਸੋ ਹੁਣ ਹਰਿਆਣੇ ਵਾਲੇ ਜਦੋਂ ਮੰਤਰੀ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ ਜੀ, ਇਹ ਬੜੇ ਪੁੱਠੇ ਸਿੱਧੇ ਜਿਹੇ ਬਿਆਨ ਕਈ ਵਾਰੀ ਮੰਤਰੀ ਦਿੰਦੇ ਨੇ। ਇਹ ਮੈਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਨੂੰ ਕੀ ਅਚਾਨਕ ਜਿਹਾ ਹੋ ਜਾਂਦਾ ਜੀ। ਸੋ ਇਸ ਕਰਕੇ ਇਹ ਬਿਆਨ ਨਹੀਂ ਦੇਣੇ ਚਾਹੀਦੇ ਜੀ ਬਿਲਕੁਲ। ਰਾਜਧਾਨੀ ਸਾਰਿਆਂ ਦੀ ਹੈ, ਦਿੱਲੀ ਤੇ ਪੰਜਾਬ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਕਿ ਹਰਿਆਣੇ ਦਾ। ਔਰ ਜਿੱਥੋਂ ਤੱਕ ਦਿੱਲੀ ਦੇ ਲੋਕਾਂ ਦੀ ਗੱਲ ਰਹੀ, ਬਹੁਤ ਗਿਣਤੀ ਦਿੱਲੀ ਦੇ ਲੋਕ ਤਾਂ ਸਾਰੇ ਪੰਜਾਬੀ ਹੋਈ ਨੇ, ਉਹ ਸਮਝਦੇ ਨੇ ਦਰਦ ਪੰਜਾਬ ਦੇ ਕਿਸਾਨਾਂ ਦਾ। ਦਿੱਲੀ ਦੇ ਆਮ ਲੋਕਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਕਿਸਾਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ। ਦਿੱਲੀ ਦੇ ਲੋਕ ਤਾਂ ਲੰਗਰ ਲੈ ਕੇ ਆ ਰਹੇ ਨੇ। ਸੋ ਨਾਲੇ ਦਿੱਲੀ ਦੇ ਬਾਹਰਲੇ ਰਸਤਿਆਂ ਤੇ ਕਿਸਾਨ ਆਪ ਨਹੀਂ ਬੈਠੇ, ਉਹ ਤੁਸੀਂ ਬਿਠਾਏ ਨੇ, ਉਹ ਸਰਕਾਰ ਨੇ ਬਿਠਾਏ ਨੇ, ਤੁਹਾਡੀ ਹਰਿਆਣੇ ਵਾਲੀ ਸਰਕਾਰ ਨੇ ਤੇ ਕੇਂਦਰ ਵਾਲੀ ਸਰਕਾਰ ਨੇ। ਤੁਸੀਂ ਕਿਉਂ ਪਾਣੀ ਦੀਆਂ ਠੰਡ 'ਚ ਵਿਛਾੜਾ ਮਾਰੀਆਂ? ਉਹ ਤਾਂ ਮੰਗਦੇ ਸੀਗੇ ਕਿ ਸਾਨੂੰ ਮਨਜ਼ੂਰੀ ਦਿਓ। ਹੁਣ ਤੁਸੀਂ ਮਨਜ਼ੂਰੀਆਂ ਵਾਲੇ ਕਾਗਜ਼ ਚੱਕੀ ਫਿਰਦੇ ਹੋ ਵੀ ਤੁਸੀਂ ਇੱਥੇ ਬਹਿ ਜਾਓ, ਤੁਸੀਂ ਇੱਥੇ ਬਹਿ ਜਾਓ, ਤੁਸੀਂ ਇੱਥੇ ਬਹਿ ਜਾਓ। ਦੱਸੋ, ਜਦੋਂ ਕਿਸਾਨਾਂ ਨੇ ਦਿੱਲੀ 'ਚ ਮਨਜ਼ੂਰੀ ਮੰਗੀ ਸੀ ਉਦੋਂ ਤਾਂ ਹਰਿਆਣੇ ਵਾਲੇ ਕਿਸਾਨ ਦੀ, ਹਰਿਆਣੇ ਵਾਲੇ ਕਿਸੇ ਮੰਤਰੀ ਦੀ ਜ਼ੁਬਾਨ 'ਚ ਐਡੀ ਤਾਕਤ ਹੀ ਨਹੀਂ ਸੀ ਵੀ ਉਹ ਮੋਦੀ ਸਾਹਿਬ ਨੂੰ ਕਹਿ ਦਿੰਦਾ ਵੀ ਮੋਦੀ ਸਾਹਿਬ ਦਿੱਲੀ 'ਚ ਜਗ੍ਹਾ ਮੰਗ ਰਹੇ ਨੇ, ਪੰਜਾਬ ਵਾਲੇ ਥਾਂ ਦੇ ਦਿਓ। ਐਡੀ ਸਿਆਸੀ ਜ਼ਰੂਰਤ ਕਿੱਥੇ ਆ ਹਰਿਆਣੇ ਦੇ ਕਿਸੇ ਮੰਤਰੀ ਦੀ ਜੀ ਕਿ ਉਹ ਮੋਦੀ ਸਾਹਿਬ ਨੂੰ ਸਵਾਲ ਕਰਦੇ ਵੀ ਮੋਦੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਰਾਹ ਦੇ ਦਿਓ ਕਿਸਾਨਾਂ ਨੂੰ। ਹੁਣ ਕਹਿੰਦੇ ਰਾਜਧਾਨੀ ਦੇ ਬਾਹਰ ਘੇਰਾ ਕਿਉਂ ਪਾ ਕੇ ਬੈਠੇ ਨੇ? ਕਿਸਾਨ ਆਪ ਨਹੀਂ ਬੈਠੇ, ਉਹ ਬਿਠਾਏ ਗਏ ਨੇ। ਮੈਂ ਇਹ ਕਹੂੰਗਾ ਇਹ ਸੁਪਰੀਮ ਕੋਰਟ 'ਚ ਮਾਮਲਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਇੱਥੋਂ ਤੱਕ ਕਹਿੰਦਾ ਵੀ ਕੇਂਦਰ ਸਰਕਾਰ ਤੇ ਵੀ ਔਰ ਹਰਿਆਣੇ ਤੇ ਵੀ ਤੁਸੀਂ ਕਿਸਾਨਾਂ ਦੇ ਰਾਹ ਕਿਉਂ ਰੋਕੇ? ਸ਼ਾਂਤੀਪੂਰਵਕ ਅੰਦੋਲਨ ਪੰਜਾਬ 'ਚ 2 ਮਹੀਨਿਆਂ ਦਾ ਚੱਲ ਰਿਹਾ, ਇੱਕ ਪੱਤਾ ਨਹੀਂ ਪੰਜਾਬ ਦੇ ਕਿਸਾਨਾਂ ਨੇ ਤੋੜਿਆ ਜੀ, ਹੈ ਜੀ। ਹਨੇਰੀ ਨੂਰੀ ਕਰਕੇ ਕੋਈ ਪੱਤਾ ਡਿੱਗ ਗਿਆ ਹੋਵੇ ਕੁਦਰਤੀ ਤੌਰ ਤੇ, ਉਹ ਗੱਲ ਵੱਖਰੀ ਹੈ। ਕਿਸਾਨਾਂ ਨੇ ਇੱਕ ਪੱਤਾ ਨਹੀਂ ਤੋੜਿਆ ਉੱਥੇ। ਕਿਸਾਨ ਪਾਣੀ ਦੇਣ ਵਾਲਾ ਬੂਟਿਆਂ ਨੂੰ, ਉਹ ਪੱਤੇ ਨਹੀਂ ਤੋੜਦਾ ਜੀ। ਬਿਲਕੁਲ। ਸੋ ਜੇ ਇੱਧਰ ਡੱਲਾ ਸਾਹਿਬ ਜਿਹੜੀ ਅੱਜ ਦੀ ਬੈਠਕ ਹੈ ਉਸ ਤੋਂ ਬਾਅਦ ਵੀ ਕਹਿੰਦੇ ਕਿ ਇੱਕ ਸੂਬੇ ਦੀ ਸਰਕਾਰ ਦੇ ਉੱਤੇ ਵੀ ਹੁਣ ਖਤਰਾ ਮੰਡਰਾਉਣ ਲੱਗਿਆ, ਕਿਉਂਕਿ ਜਿਹੜੀ ਪਾਰਟੀ ਨੇ ਸਮਰਥਨ ਦਿੱਤਾ ਹੈ ਉਸ ਪਾਰਟੀ ਦੇ ਪ੍ਰਧਾਨ ਦਾ ਬਿਆਨ ਆ ਰਿਹਾ ਹੈ ਕਿ ਜਾਂ ਤੁਸੀਂ ਖੇਤੀ ਕਾਨੂੰਨਾਂ ਤੇ ਵਿਚਾਰ ਕਰ ਲਓ, ਨਹੀਂ ਅਸੀਂ ਸਮਰਥਨ ਤੇ ਵਿਚਾਰ ਕਰ ਲਾਂਗੇ। ਦੇਖੋ ਮਸਲਾ ਇਹ ਹੈ ਕਿ ਮੈਂ ਇਹ ਕਹੂੰਗਾ ਕਿ ਇਸ ਸਿਆਸੀ ਪੁਆੜੇ ਦੀ ਜੜ ਹਰਿਆਣੇ ਦਾ ਮੁੱਖ ਮੰਤਰੀ ਹੈ। ਨਾ ਪੰਜਾਬੀਆਂ ਦੇ ਉੱਤੇ ਉਹ ਪਾਣੀ ਦੀਆਂ ਬੁਛਾਰਾਂ ਪਾਉਂਦਾ, ਨਾ ਕੌਮੀ ਹਾਈਵੇ ਨੂੰ ਰੋਕਦਾ, ਨਾ ਲਾਠੀ ਚਾਰਜ ਕਰਦਾ, ਨਾ ਲਾਠੀ ਚਾਰਜ ਨਹੀਂ, ਚਲੋ ਮੈਂ ਹੰਝੂ ਗੈਸ ਦੇ ਗੋਲੇ ਕਹਿ ਦੂੰ, ਉਹ ਵੀ ਲਾਠੀ ਚਾਰਜ ਵਰਗੀ ਹੈ। ਨਾ ਗੋਲੇ ਛੱਡਦਾ ਗੈਸ ਵਾਲੇ ਜਿਹਦੇ ਨਾਲ ਅੱਖਾਂ 'ਚ ਦਿਖਦਾ ਨਹੀਂ, ਧੂਆਂ ਹੋ ਜਾਂਦਾ। ਨਾ ਸੜਕਾਂ ਪੱਟਦਾ ਹਰਿਆਣੇ ਦਾ ਮੁੱਖ ਮੰਤਰੀ। ਪੁਆੜੇ ਦੀ ਸਿਆਸੀ ਜੜ ਤਾਂ ਜਿਹੜੀ ਮੁੱਖ ਮੰਤਰੀ ਹਰਿਆਣੇ ਦਾ ਖੱਟੜ ਹੈ। ਉਹਨੇ ਇੰਨੇ ਤੰਗ ਕੀਤੇ ਕਿਸਾਨ, ਫਿਰ ਦਿੱਲੀ ਵਾਲਿਆਂ ਨੇ ਉੱਥੇ ਨਾਕਾ ਲਾ ਲਿਆ, ਕਹਿੰਦੇ ਅਸੀਂ ਅੱਗੇ ਨਹੀਂ ਜਾਣ ਦੇਣਾ। ਤੇ ਕਿਸਾਨ ਤਾਂ ਤੁਹਾਡੇ ਬਿਠਾਇਆ ਬੈਠੇ ਆ, ਜੇ ਤੁਸੀਂ ਰੋਕਾਂ ਨਾ ਲਾਉਂਦੇ ਤੇ ਕਿਸਾਨ ਉੱਠ ਜਾਣਾ ਸੀ। ਸੋ ਹੁਣ ਹਰਿਆਣੇ ਵਾਲਾ ਮੁੱਖ ਮੰਤਰੀ ਕਹਿੰਦਾ ਸੀ ਵੀ ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ। ਲੈ ਹੁਣ ਅੱਧਾ ਹਰਿਆਣੇ ਦੇ ਕਿਸਾਨ ਉੱਥੇ ਪਹੁੰਚ ਗਏ। ਹੋਰ ਤਾਂ ਹੋਰ ਅਜੇ ਚੌਟਾਲੇ ਦਾ ਮੁੰਡਾ, ਉੱਥੋਂ ਦਾ ਡਿਪਟੀ ਮੁੱਖ ਮੰਤਰੀ, ਉਹ ਜਿਹਨੂੰ 10 ਸੀਟਾਂ ਐਤਕੀ ਮਿਲੀਆਂ, ਉਹਦਾ ਮੈਨੂੰ ਨਾਂ ਦੱਸਿਓ ਮਾੜਾ ਜਿਹਾ। ਦੁਸ਼ਯੰਤ ਚੌਟਾਲਾ। ਹੁਣ ਦੁਸ਼ਯੰਤ ਚੌਟਾਲਾ ਪਹਿਲਾਂ ਕਹਿ ਰਿਹਾ ਸੀ ਕਿ ਇਹ ਫਾਇਦੇਮੰਦ ਕਾਨੂੰਨ ਹੈ ਕਿਸਾਨਾਂ ਦੇ ਹੱਕ 'ਚ। ਹੁਣ ਹਰਿਆਣੇ ਦੀਆਂ ਖਾਪ ਪੰਚਾਇਤਾਂ ਹੋ ਗਈਆਂ ਸਿੱਧੀਆਂ, ਹਰਿਆਣੇ ਦੇ ਕਿਸਾਨ ਪਹੁੰਚਣ ਲੱਗ ਗਏ ਦਿੱਲੀ। ਹੋਰ JJP ਨੂੰ ਵੀ ਨਜ਼ਰ ਆਉਣ ਲੱਗ ਗਿਆ, ਦੁਸ਼ਯੰਤ ਚੌਟਾਲੇ ਦੀ ਪਾਰਟੀ ਨੂੰ ਵੀ ਨਜ਼ਰ ਆਉਣ ਲੱਗ ਗਿਆ ਵੀ ਕਿਸਾਨ ਸਾਰੇ ਵਿਰੋਧ ਕਰ ਰਹੇ ਨੇ। ਅਸੀਂ ਹੱਕ 'ਚ ਖੜ ਗਏ ਸੀ ਵੀ ਕਿਤੇ ਇਹ ਨਾ ਹੋਵੇ ਕਿ ਸਾਡੇ ਮੰਜੇ ਦੇ ਪਾਵੇ ਹੀ ਨਿਕਲ ਜਾਣ ਚਾਰੇ।
ਸੋ ਪਹਿਲਾਂ ਹੀ 10 ਕੁ ਸੀਟਾਂ ਲੋਕਾਂ ਨੇ ਦਿੱਤੀਆਂ ਸੀ। ਖਾਪ ਪੰਚਾਇਤਾਂ ਤੇ ਕਿਸਾਨ ਸਪਸ਼ਟ ਤੌਰ ਤੇ ਹੁਣ ਸਰਕਾਰ ਦੇ ਖਿਲਾਫ ਹੋ ਗਏ ਵੀ ਜੇ ਕੇਂਦਰ ਦੀ ਸਰਕਾਰ ਨਹੀਂ ਕਾਨੂੰਨ ਰੱਦ ਕਰਦੀ, ਕਿਸਾਨਾਂ ਦਾ ਮਸਲਾ ਨਹੀਂ ਨਿਬੇੜਦੀ ਤੇ ਅਸੀਂ ਦਬਾਅ ਪਾਵਾਂਗੇ। ਔਰ ਮਜਬੂਰੀ 'ਚ ਆਜੇ ਚੌਟਾਲਾ ਨੇ ਤਾਂ ਕਹਿ ਵੀ ਦਿੱਤਾ ਵੀ ਕੇਂਦਰ ਸਰਕਾਰ ਜੇ ਕੋਈ ਫੈਸਲਾ ਨਹੀਂ ਕਰਦੀ ਕਿਸਾਨਾਂ ਦੇ ਹੱਕ 'ਚ ਤੇ ਅਸੀਂ ਪੁਨਰ ਵਿਚਾਰ ਕਰ ਸਕਦੇ ਹਾਂ। ਮਤਲਬ ਇਹ ਜੇਜੇਪੀ ਵਾਲੇ ਸਮਝ ਗਏ ਵੀ ਜੇ ਮੋਦੀ ਸਾਹਿਬ ਨੇ ਕਾਨੂੰਨ ਰੱਦ ਨਾ ਕੀਤੇ ਤੇ ਖਾਪ ਪੰਚਾਇਤਾਂ ਨੇ ਸਾਡੇ ਮੰਜੇ ਦੇ ਪਾਵੇ ਕੱਢ ਲੈਣੇ ਆ ਜਿਹੜੇ ਲਾਏ ਸੀ ਉਹਨਾਂ ਨੇ 10 ਸੀਟਾਂ ਦੇ ਤੇ ਦੁਬਾਰਾ ਸਰਕਾਰ ਡਿੱਗਣ ਦਾ ਖਤਰਾ ਖੜਾ ਹੋ ਗਿਆ ਮਨੋਹਰ ਲਾਲ ਖੱਟੜ ਦੇ। ਹੁਣ ਮਨੋਹਰ ਲਾਲ ਖੱਟੜ ਕੈਪਟਨ ਤੇ ਇਲਜ਼ਾਮ ਲਾਉਂਦਾ ਸੀ, ਕਹਿੰਦਾ ਪੰਜਾਬ ਦੇ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਨੇ ਗੁੰਮਰਾਹ ਕਰਤਾ। ਹੁਣ ਮਨੋਹਰ ਲਾਲ ਖੱਟੜ ਇਹ ਦੱਸੇ ਵੀ ਤੁਹਾਡੇ ਸੂਬੇ ਦੇ ਕਿਸਾਨਾਂ ਨੂੰ ਕਿਹਨੇ ਗੁੰਮਰਾਹ ਕਰਤਾ? ਤੁਹਾਡੀ ਸਰਕਾਰ ਟੁੱਟਣ ਦਾ ਖਤਰਾ ਉੱਥੇ ਖੜਾ ਹੈ। ਹੁਣ ਜੇ ਨਰਿੰਦਰ ਮੋਦੀ ਸਾਹਿਬ ਨੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ, ਜੇਜੇਪੀ ਦੇ ਵਿਧਾਇਕਾਂ ਨੂੰ ਅਸਤੀਫਾ ਦੇਣਾ ਪੈਣਾ। ਕਿਸਾਨਾਂ ਦਾ ਦਬਾਅ ਬਹੁਤ ਵੱਡਾ ਉੱਥੇ ਗਗਨ, ਔਰ ਜੇਜੇਪੀ ਨੇ ਅਸਤੀਫਾ ਦਿੱਤਾ। 10 ਸੀਟਾਂ ਨੇ, ਸਰਕਾਰ ਹਿਲ ਜਾਣੀ ਹੈ ਮਨੋਹਰ ਲਾਲ ਖੱਟੜ ਦੀ। ਉੱਥੇ 40 ਸੀਟਾਂ ਬੀਜੇਪੀ ਦੀਆਂ ਨੇ, 10 ਸੀਟਾਂ ਜੇਜੇਪੀ ਦੀਆਂ ਨੇ, 31 ਸੀਟਾਂ ਉੱਥੇ ਕਾਂਗਰਸ ਕੋਲੇ ਹੈ। ਉੱਥੇ ਤਾਂ ਤਖਤਾ ਪਲਟ ਤਾਂ ਹਰਿਆਣੇ ਦਾ ਹੀ ਹੋਣਾ। ਮੈਨੂੰ ਇਹ ਲੱਗਦਾ ਹੈ ਕਿ ਜੇ ਅਜਿਹਾ ਹੁੰਦਾ ਤਾਂ ਮੈਂ ਇਹ ਮੰਨੂਗਾ ਵੀ ਰੱਬ ਨੇ ਸਜ਼ਾ ਦਿੱਤੀ ਹੈ ਹਰਿਆਣੇ ਦੀ ਸਰਕਾਰ ਨੂੰ ਵੀ ਤੁਸੀਂ ਟੋਏ ਪੱਟਦੇ ਸੀ ਸਰਕਾਰੀ ਸੜਕਾਂ ਤੇ। ਸੋ ਜਿਹੜੀ ਸਰਕਾਰ ਲੋਕਾਂ ਦੇ ਦਿੱਤੇ ਹੋਏ ਪੈਸੇ ਤੋਂ ਬਣੀਆਂ ਸੜਕਾਂ ਨੂੰ ਪੱਟੂਗੀ ਹੈ ਜੀ, ਫਿਰ ਕਹਿੰਦੇ ਨੇ ਨਾ ਟਿਟ ਫॉर ਟੈਟ, ਅਦਲੇ ਦਾ ਬਦਲਾ। ਸੋ ਇਹਨੂੰ ਕੁਦਰਤ ਦਾ ਇਨਸਾਫ ਵੀ ਕਹਿੰਦੇ ਨੇ। ਸੋ ਮੈਨੂੰ ਲੱਗਦਾ ਹਰਿਆਣੇ 'ਚ ਕੁਦਰਤ ਦਾ ਇਨਸਾਫ ਆਪਾਂ ਨੂੰ ਛੇਤੀ ਦਿਖ ਜੂ ਜੀ। ਬਿਲਕੁਲ। ਤੇ ਉਧਰ ਡੱਲਾ ਜੀ ਜੇ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੇ 1-2 ਦਿਨਾਂ ਤੋਂ ਬੜੀ ਚਰਚਾਵਾਂ ਦੇ ਵਿੱਚ ਨੇ ਕਿ ਉਹਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਸੁਖਪਾਲ ਸਿੰਘ ਖਹਿਰਾ ਹੋਣਾ ਨੇ ਵੀ ਇੱਕ ਵੀਡੀਓ ਪਾਈ, ਰਾਜਕੁਮਾਰ ਵੇਰਕਾ ਹੋਣਾ ਦਾ ਬਿਆਨ ਆਉਂਦਾ ਹੈ, ਪੰਜਾਬ ਦੇ ਮੁੱਖ ਮੰਤਰੀ ਬਿਆਨ ਦਿੰਦੇ ਨੇ। ਕਿਸ ਤਰ੍ਹਾਂ ਵੇਖ ਰਹੇ ਹੋ ਸਾਰਾ ਆਖਿਰਕਾਰ ਝੋਲਾ ਪੈ ਕੀ ਰਿਹਾ ਹੈ? ਨਹੀਂ, ਉਹ ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਤਾ ਕਿ ਇਹ ਤਿੰਨੇ ਖੇਤੀ ਕਾਨੂੰਨ ਮੈਂ ਹੁਣ ਨਹੀਂ ਲਾਗੂ ਕੀਤੇ। ਇਹ ਕੇਂਦਰ ਦੇ ਕਾਨੂੰਨ ਨੇ, ਜਦੋਂ ਪਾਸ ਹੋ ਕੇ ਰਾਸ਼ਟਰਪਤੀ ਦੀ ਸਹੀ ਲੱਗ ਗਈ, ਨੋਟੀਫਿਕੇਸ਼ਨ ਹੋ ਗਿਆ, ਇਹ ਆਪਣੇ ਆਪ ਲਾਗੂ ਹੋ ਗਏ। ਪਰ ਠੀਕ ਹੈ, ਕਿਉਂਕਿ ਇਹ ਪੋਲੀਟੀਕਲ ਲੋਕ ਨੇ, ਸੁਖਪਾਲ ਖਹਿਰਾ ਵੀ ਨੇ, ਉਹਨਾਂ ਨੇ ਇਹ ਕਹਿਤਾ ਵੀ ਕੇਜਰੀਵਾਲ ਨੇ ਲਾਗੂ ਕਰਤੇ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਕੇਜਰੀਵਾਲ ਨੇ ਇਹ ਕਾਨੂੰਨ ਵਿਧਾਨ ਸਭਾ 'ਚ ਰੱਦ ਨਹੀਂ ਕੀਤੇ। ਜੇ ਤਾਂ ਅਰਵਿੰਦ ਕੇਜਰੀਵਾਲ ਵਿਧਾਨ ਸਭਾ 'ਚ ਮਤਾ ਪਾ ਕੇ ਇਹਨਾਂ ਕਾਨੂੰਨਾਂ ਦੇ ਖਿਲਾਫ ਮਤਾ ਪਾ ਦਿੰਦੇ, ਕੋਈ ਗੱਲ ਕਰ ਦਿੰਦੇ, ਫਿਰ ਤਾਂ ਕੇਜਰੀਵਾਲ ਇਹਦੇ ਤੇ ਸਾਫ਼ ਸੀਗੇ। ਹੁਣ ਕੇਜਰੀਵਾਲ ਵੀ ਕਿਸਾਨਾਂ ਦੇ ਨਾਲ ਨਹੀਂ ਖੜਾ। ਠੀਕ ਹੈ, ਦਿੱਲੀ 'ਚ ਐਡੀ ਵੱਡੀ ਗਿਣਤੀ 'ਚ ਲੋਕ ਆ ਗਏ, ਪੰਜਾਬ 'ਚ ਆਮ ਆਦਮੀ ਪਾਰਟੀ ਦੇ MLA ਹੈ, ਇਸ ਕਰਕੇ ਇਹ ਵੀ ਕੇਜਰੀਵਾਲ ਜਿਹੜਾ ਕੇਜਰੀਵਾਲ ਹੈ ਉਹਦਾ ਦੋ ਚਿਹਰੇ ਨੇ ਕੇਜਰੀਵਾਲ ਦੇ। ਇੱਕ ਚਿਹਰਾ ਤਾਂ ਇਹ ਹੈ ਵੀ ਉਹਨੇ ਵਿਧਾਨ ਸਭਾ 'ਚ ਕਾਨੂੰਨ ਨਹੀਂ ਰੱਦ ਕੀਤੇ, ਇੱਕ ਚਿਹਰਾ ਇਹ ਹੈ ਵੀ ਉਹ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਹਾਂ। ਉਹਦੇ ਲਈ ਧੰਨਵਾਦ ਹੈ ਵੀ ਉਹ ਕਹਿੰਦਾ ਮੈਂ ਜੇਲ੍ਹ ਨਹੀਂ ਬਣਨ ਦਿੱਤੀ ਓਪਨ, ਉਹਦੇ ਲਈ ਧੰਨਵਾਦ ਹੈ। ਪਰ ਮੈਂ ਅੱਗੇ ਵੀ ਕਿਹਾ ਸੀ ਵੀ ਕੇਜਰੀਵਾਲ ਦੇ ਮੈਂ 10 ਚੋਂ 1 ਨੰਬਰ ਹੀ ਦਊਂ। 10 ਪੁਆਇੰਟ ਨੇ, ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੰਦਾ। ਇਹ ਤਾਂ ਕਹੀ ਜਾਂਦੇ ਸੀ ਵੀ ਸਾਡੇ ਕਿਸਾਨ ਤਾਂ ਖੁਸ਼ ਹੀ ਬੜੇ ਦਿੱਲੀ ਵਾਲੇ, ਉਹਨਾਂ ਨੂੰ ਤਾਂ ਅਸੀਂ MSP ਤੇ ਚੱਕੀ ਜਾਂਦੇ ਹਾਂ। ਜੇ ਤੁਸੀਂ MSP ਤੇ ਚੱਕੀ ਜਾਂਦੇ ਹੋ ਤੇ ਹੁਣ ਸਾਰੇ ਦੇਸ਼ ਦੇ ਕਿਸਾਨ ਆ ਗਏ। ਨਾਲੇ ਕੇਜਰੀਵਾਲ ਕਿਹੜਾ ਰਜਿਸਟਰੀ ਲਿਖਾ ਕੇ ਲਿਆਇਆ ਵੀ ਸਾਰੀ ਜ਼ਿੰਦਗੀ ਕੇਜਰੀਵਾਲ ਨੇ ਦਿੱਲੀ ਦਾ ਮੁੱਖ ਮੰਤਰੀ ਰਹਿਣਾ ਤੇ ਸਾਰੀ ਜ਼ਿੰਦਗੀ ਜਿੰਨੀ ਦੇਰ ਕੇਜਰੀਵਾਲ ਮੁੱਖ ਮੰਤਰੀ ਰਹੂਗਾ ਜਾਂ ਉਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਰਹਿਣੀ ਹੈ। ਜੇ ਉੱਥੇ ਸਰਕਾਰ BJP ਦੀ ਆ ਗਈ ਦਿੱਲੀ 'ਚ, ਉਹਨਾਂ ਨੇ ਤਾਂ ਫਿਰ ਇਹੀ ਕਾਨੂੰਨ ਲਾਗੂ ਕਰ ਦੇਣਾ। ਇਸ ਕਰਕੇ ਜਿਹੜੇ ਪੋਲੀਟੀਕਲ ਲੋਕ ਨੇ ਨਾ ਜੀ, ਉਹ ਬਿਆਨ ਆਪਣੀ ਸਿਆਸੀ ਸਹੂਲਤ ਮੁਤਾਬਕ ਦਿੰਦੇ ਨੇ। ਕੈਪਟਨ ਅਮਰਿੰਦਰ ਦੇ ਵੀ ਕੇਜਰੀਵਾਲ ਨੇ ਜਿਹੜਾ ਹੈਗਾ ਇਲਜ਼ਾਮ ਲਾਇਆ, ਉਹ ਕਹਿੰਦਾ ਵੀ ਕੈਪਟਨ ਅਮਰਿੰਦਰ ਨੇ ਕੁਝ ਨਹੀਂ ਕੀਤਾ ਇਹਨਾਂ ਤੇ। ਫਿਰ ਕੇਜਰੀਵਾਲ ਸਾਹਿਬ ਦੱਸ ਦੇਣ ਉਹਨਾਂ ਨੇ ਕੀ ਕੀਤਾ ਜੀ। ਹੈ ਜੀ, ਮੈਂ ਮੰਨ ਲਿਆ ਕੈਪਟਨ ਅਮਰਿੰਦਰ ਨੇ ਕੁਝ ਨਹੀਂ ਕੀਤਾ। ਵਿਧਾਨ ਸਭਾ 'ਚ ਜਿੰਨਾ ਕੁ ਕੁਝ ਕੈਪਟਨ ਅਮਰਿੰਦਰ ਨੇ ਕੀਤਾ ਉਹਨਾਂ ਕੀ ਕੇਜਰੀਵਾਲ ਸਾਹਿਬ ਕਰ ਦਿੰਦੇ। ਕੈਪਟਨ ਅਮਰਿੰਦਰ ਨੇ ਜਿੰਨਾ ਕੁ ਕੁਝ ਕੀਤਾ ਸੀ ਉਹਨੇ ਲਹਿਰ ਤਾਂ ਬਣਾਈ ਨਾ ਕਿਸਾਨਾਂ 'ਚ, ਤੁਸੀਂ ਕਰ ਦਿੰਦੇ। ਕੇਜਰੀਵਾਲ ਦੇ ਕੀਤੇ ਦਾ ਜ਼ਿਆਦਾ ਅਸਰ ਹੋਣਾ ਸੀ, ਪੰਜਾਬ ਵਾਲਿਆਂ ਨੇ ਖੁਸ਼ ਹੋ ਜਾਣਾ ਸੀ ਵੀ ਲਓ ਦਿੱਲੀ ਵਾਲਾ ਮੁੱਖ ਮੰਤਰੀ ਸਾਡੇ ਨਾਲ ਆ ਗਿਆ। ਦਿੱਲੀ ਦੀ ਵਿਧਾਨ ਸਭਾ 'ਚ ਵੀ ਅਗਰ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਹੋ ਜਾਂਦੇ ਤੇ ਇਹ ਲੱਗਣਾ ਸੀ ਅੱਜ ਵੀ ਅੱਧੀ ਦਿੱਲੀ ਨਾਲ ਖੜੀ ਹੈ। ਫਿਰ ਕਿਸੇ ਨੇ ਇਹ ਨਹੀਂ ਸੀ ਕਹਿਣਾ ਵੀ ਦਿੱਲੀ ਦੇ ਲੋਕ ਵੀ ਨਾਰਾਜ਼ ਹੋ ਰਹੇ ਨੇ। ਅੱਧੀ ਦਿੱਲੀ ਨਾਲ ਸੀ ਜੇ ਵਿਧਾਨ ਸਭਾ 'ਚ ਇੱਕ ਕਾਨੂੰਨ ਪਾਸ ਹੋ, ਮਤੇ ਪਾਸ ਹੋ ਜਾਂਦੇ, ਖੇਤੀ ਕਾਨੂੰਨ ਹੀ ਰੱਦ ਕਰ ਦਿੰਦੇ ਵਿਧਾਨ ਸਭਾ 'ਚ। ਸੋ ਕੀਤਾ ਨਹੀਂ ਗਿਆ। ਸੋ ਜਦੋਂ ਜਨਵਰੀ ਦਾ ਮਹੀਨਾ ਲੰਘ ਜੇ ਆਪਾਂ ਕਿਸੇ ਨੂੰ ਰਜਾਈ ਗਿਫਟ ਕਰ ਦਈਏ ਉਹਦਾ ਕੋਈ ਫਾਇਦਾ ਨਹੀਂ। ਬਿਲਕੁਲ ਹੈ ਜੀ, ਇਹ ਤਾਂ ਠੰਡ 'ਚ ਲੋੜ ਹੈ। ਹੁਣ ਕੰਬਲ ਵੰਡੋ, ਦਿੱਲੀ ਵਾਲਿਆਂ ਨੂੰ ਚਾਹੀਦਾ, ਕੇਜਰੀਵਾਲ ਦੀ ਸਰਕਾਰ ਨੂੰ ਚਾਹੀਦਾ ਮਾਸਕ, ਸੈਨੀਟਾਈਜ਼ਰ ਤੇ ਕੰਬਲ ਵੰਡਣ ਉੱਥੇ ਕਿਸਾਨਾਂ ਨੂੰ ਜੀ। ਬਿਲਕੁਲ। ਸੋ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਮੀਟਿੰਗ ਹੋਣੀਆਂ, ਜਿਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਖੇਤੀਬਾੜੀ ਮੰਤਰੀ ਅਤੇ ਰੇਲਵੇ ਮੰਤਰੀ ਤਾਂ ਮੌਜੂਦ ਹੋਣਗੇ ਤੇ ਉਮੀਦ ਹੈ ਕਿ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਤੇ
ਰੱਖਿਆ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ, ਜਿਸ ਤੋਂ ਬਾਅਦ ਬਹੁਤ ਵੱਡੀਆਂ ਉਮੀਦਾਂ ਖੜੀਆਂ ਹੁੰਦੀਆਂ ਨੇ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੀ ਹੱਲ ਕਿਸੇ ਨਾ ਕਿਸੇ ਹੱਲ ਦੇ ਪਾਸੇ ਲਿਜਾਇਆ ਜਾ ਸਕਦਾ ਕਿਸਾਨਾਂ ਦੇ ਇਸ ਅੰਦੋਲਨ ਨੂੰ। ਸੋ ਅੱਜ ਦੀ ਮੀਟਿੰਗ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਦੱਸਾਂਗੇ ਕਿ ਆਖਿਰਕਾਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਿਆ ਤੇ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰ ਸਕਦਾ। ਡੱਲਾ ਸਾਹਿਬ, ਬਿਲਕੁਲ, ਜਿੱਦਾਂ ਹੀ ਮੀਟਿੰਗ ਸ਼ੁਰੂ ਹੁੰਦੀ ਹੈ ਕੋਸ਼ਿਸ਼ ਕਰਾਂਗੇ ਕਿ ਤੁਰੰਤ ਅਸੀਂ ਲਾਈਵ ਕਵਰੇਜ ਵੀ ਅੱਜ ਦਿਖਾਈਏ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ।